ਹੈਲਪਲੈਸਪੁਰਮ 'ਚ ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਗੁਰੂ ਤੇਗ ਬਹਾਦਰ ਹਸਪੀਟਲ ਜੋ ਕਿ ਮਹਿਤਪੁਰ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਵਿਖੇ ਸਥਿਤ ਹੈ। ਇਹ ਹਸਪੀਟਲ ਮਰੀਜ਼ਾਂ ਲਈ ਇੱਕ ਵਰਦਾਨ ਹੈ। ਦੂਰੋਂ ਮਰੀਜ਼ ਇੱਥੇ ਪਹੁੰਚਦੇ ਹਨ ਤੇ ਆਪਣਾ ਇਲਾਜ ਕਰਵਾਉਂਦੇ ਹਨ। ਡਾਕਟਰ ਸਾਹਿਬ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਇੱਥੇ ਆਪਣੀ ਸੇਵਾਵਾਂ ਦੇ ਰਹੇ ਨੇ ਅਤੇ ਹੁਣ ਉਹਨਾਂ ਦੇ ਨਾਲ ਉਹਨਾਂ ਦੇ ਬੇਟੇ ਅਤੇ ਪੁੱਤਰ ਵਧੂ ਵੀ ਇੱਥੇ ਆਪਣੀ ਸੇਵਾਵਾਂ ਦੇ ਰਹੇ ਨੇ। ਸਾਈਡੀ ਨੇ ਡਾਕਟਰ ਸਾਹਿਬ ਦੇ ਬੇਟੇ ਅਤੇ ਉਹਨਾਂ ਦੀ ਪੁੱਤਰ ਵਧੂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਸਾਨੂੰ ਹਸਪੀਟਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਆਓ ਲੈ ਕੇ ਚੱਲਦੇ ਹਾਂ ਤੁਹਾਨੂੰ ਗੁਰੂ ਤੇਗ ਬਹਾਦਰ ਹਸਪੀਟਲ ਮਹਿਤਪੁਰ। ਦਰਸ਼ਕੋ ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਗੁਰੂ ਤੇਗ ਬਹਾਦਰ ਹਸਪੀਟਲ ਮਹਿਤਪੁਰ, ਜਿਹੜਾ ਕਿ ਇੱਕ ਮਹਿਤਪੁਰ ਨਹੀਂ ਬਲਕਿ ਆਸ-ਪਾਸ ਦੇ ਇਲਾਕੇ ਦੀ ਵੀ ਇੱਕ ਜਾਨ ਬਣ ਚੁੱਕਿਆ ਹੈ। ਡਾਕਟਰ ਸਾਹਿਬ ਨਾਲ ਗੱਲ ਕਰ ਰਹੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਜੀ, ਥੈਂਕ ਯੂ। ਡਾਕਟਰ ਸਾਹਿਬ ਉਹ ਪੀੜ ਜਿਹੜੀ ਫਾਦਰ ਨੇ ਪਾਈ ਔਰ ਸਾਰੀ ਜ਼ਿੰਦਗੀ ਸੇਵਾ ਕੀਤੀ, ਉਹ ਕੀ ਕਹਿਣਾ ਚਾਹੋਗੇ? ਬਸ ਜੀ ਡਾਕਟਰ ਦੀ ਜਿਹੜੀ ਜੌਬ ਹੈਗੀ ਆ ਉਹ ਸੇਵਾ ਦੀ ਜੌਬ ਹੀ ਆ। ਜਿੰਨੀ ਸੇਵਾ ਕਰ ਲਓ ਉਨੀ ਘੱਟ ਆ। ਰੱਬ ਨੇ ਡਿਊਟੀ ਲਾਈ ਹੋਈ ਆ ਸਾਡੀ ਸੇਵਾ ਕਰਨ ਦੀ। ਬਸ ਜਿੰਨਾ ਟਾਈਮ ਮਿਲਦਾ ਵਾ ਸੇਵਾ ਕਰੀ ਜਾਂਦੇ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਕਿ ਫਾਦਰ ਨੇ ਜਿਹੜਾ ਇਹ ਬੂਟਾ ਲਾਇਆ ਸੀਗਾ, ਤੁਸੀਂ ਵੀ ਕਿਸੇ ਬਾਹਰ ਜਾ ਕੇ ਕਿਸੇ ਹੋਰ ਹਸਪੀਟਲਾਂ ਦੇ ਵਿੱਚ ਦੂਰ ਸਰਵਿਸਾਂ ਕਰ ਸਕਦੇ ਸੀਗੇ, ਫੋਰਨ ਜਾ ਸਕਦੇ ਸੀ, ਪਰ ਫਿਰ ਵੀ ਤੁਸੀਂ ਪ੍ਰੈਫਰ ਕੀਤਾ ਕਿ ਮੈਂ ਆਪਣੇ ਪਿਤਾ ਨੂੰ, ਜਿਨ੍ਹਾਂ ਨੇ ਇਹ ਅੰਪਾਇਰ ਬਣਾਇਆ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਮਿਹਨਤ ਕੀਤੀ ਆ, ਜਿਨ੍ਹਾਂ ਨੇ ਇਸ ਜਗ੍ਹਾ ਦੇ ਉੱਤੇ ਆਪਾਂ ਕਰੋਨਾ ਦਾ ਐਪੀਡੈਮਿਕ ਦੇਖਿਆ, ਲੋਕ ਦਰਵਾਜ਼ਾ ਖੋਲ੍ਹਣੋਂ ਬੰਦ ਪਾਸੇ ਹੋ ਗਏ ਸੀਗੇ, ਪਰ ਤੁਸੀਂ ਆਪਣੇ ਪਿਤਾ ਨੂੰ ਦੇਖਿਆ ਕਿ ਉਸ ਸਮੇਂ ਦੇ ਵਿੱਚ ਵੀ ਉਹਨਾਂ ਨੇ ਆਪਣੇ ਪੈਰੀ ਜੁੱਤੀ ਨਹੀਂ ਪਾਈ ਔਰ ਪੇਸ਼ੈਂਟ ਨੂੰ ਕਹਿੰਦੇ ਪਹਿਲਾਂ ਮੈਂ ਮਰ ਜਾ ਪਰ ਮੇਰੇ ਪੇਸ਼ੈਂਟ ਮੈਨੂੰ ਪਹਿਲ ਹੈਗੀ ਆ, ਔਰ ਉਹਨਾਂ ਨੂੰ ਆਕਸੀਜਨ, ਉਹਨਾਂ ਨੂੰ ICU ਐਸੀਆਂ ਫੈਸਿਲਿਟੀਆਂ ਉਹਨਾਂ ਨੇ ਇਸ ਪੇਂਡੂ ਏਰੀਆ 'ਚ ਮੁਹੱਈਆ ਕਰਾਈਆਂ, ਜਦੋਂ ਕਿ ਸ਼ਹਿਰੀ ਡਾਕਟਰ ਆ ਜਿਹੜੇ ਸਾਰੇ ਆਪਦੇ ਦਰਵਾਜ਼ੇ ਬੰਦ ਕਰਕੇ ਉਹਨਾਂ ਦੀਆਂ ਲੇਡੀਜ਼ ਕਹਿੰਦੀਆਂ ਸੀ ਕਿ ਨਾ ਭਾਈ ਨਾ ਅਸੀਂ ਮਰ ਜਾਵਾਂਗੇ, ਨਾ ਅਸੀਂ ਤੁਹਾਨੂੰ ਨਾ ਕਰੋਨਾ ਹੋ ਜਾਵੇ। ਪਰ ਡਾਕਟਰ ਸਾਹਿਬ ਪ੍ਰੀਕਾਸ਼ਨਸ ਲੈ ਕੇ ਫੋਲੋ ਕਰਕੇ ਸਾਰੀਆਂ ਪ੍ਰੀਕਾਸ਼ਨ ਜਿਹੜੀਆਂ ਹੈਗੀਆਂ ਸੀਗੀਆਂ ਸਰਕਾਰ ਦੀਆਂ, ਔਰ ਇਸ ਹਸਪੀਟਲ 'ਚ ਸੇਵਾ ਕਰਦੇ ਰਹੇ। ਬਿਲਕੁਲ ਉਦੋਂ ਸਮਾਂ ਹੀ ਇੱਦਾਂ ਦਾ ਸੀਗਾ ਕਿ ਜੇ ਡਾਕਟਰ ਵੀ ਉਦੋਂ ਪਿੱਛੇ ਹਟ ਜਾਂਦੇ ਤਾਂ ਲੋਕਾਂ ਨੇ ਕਿਹਦੇ ਕੋਲ ਜਾਣਾ ਸੀ? ਲੋਕੀ ਦੂਸਰਾ ਰੱਬ ਮੰਨਦੇ ਆ ਡਾਕਟਰਾਂ ਨੂੰ, ਕਿ ਜੇ ਡਾਕਟਰ ਹੀ ਉਦੋਂ ਪਿੱਛੇ ਹੋ ਜਾਂਦੇ ਤਾਂ ਬਾਕੀਆਂ ਨੇ ਮਰੀਜ਼ਾਂ ਨੇ ਕਿੱਥੇ ਹੈਗੇ, ਅਸੀਂ ਕਿੱਥੇ ਇਨਸਾਫ ਦੇਣਾ ਸੀ ਜੇ ਅਸੀਂ ਬੰਦ ਕਰ ਦਿੰਦੇ ਤਾਂ। ਔਰ ਉਹਦੇ ਨਾਲ ਤੁਸੀਂ ਜਿਹੜੇ ਇੱਥੇ ਇਲਾਕੇ 'ਚ ਹੋਰ ਕਿਸੇ ਨੇ ਵੀ ਸਾਰਿਆਂ ਨੇ ਹਸਪੀਟਲ ਬੰਦ ਕਰਤੇ, ਪਰ ਪਾਪਾ ਕਹਿੰਦੇ ਮੇਰਾ ਨਹੀਂ ਮਨ ਮੰਨਦਾ ਹੈਗਾ, ਮੈਂ ਸੇਵਾ ਕਰਨੀ ਆ ਕਿ ਮੇਰੇ ਤੋਂ ਨਹੀਂ ਇਹ ਚੀਜ਼ ਹੁੰਦੀ। ਅਤੇ ਚਲੋ ਬਾਕੀ ਲੋਕਾਂ ਨੇ ਵੀ ਸਾਥ ਦਿੱਤਾ। ਆਕਸੀਜਨ ਬੜੀ ਉਦੋਂ ਔਖੀ ਮਿਲਦੀ ਰਹੀ ਆ, ਪਰ ਰੱਬ ਦੀ ਕਿਰਪਾ ਬਸ ਕੰਮ ਚੱਲਦਾ ਰਿਹਾ ਵਧੀਆ। ਦੱਸਾਂ ਕੀ ਕਹਿਣਾ ਚਾਹੋਗੇ ਕਿ ਪੇਂਡੂ ਏਰੀਆ ਦੇ ਵਿੱਚ ਇੱਕ ਬਿਲਕੁਲ ਇੱਕ ਮਹਿਤਪੁਰ ਇੱਕ ਕਸਬੇ ਦੀ ਤਰ੍ਹਾਂ ਹੈਗਾ, ਜਿੱਥੇ ਆਸ-ਪਾਸ ਜਿਹੜੇ ਹੈਗੇ ਆ ਕੋਈ ਵੀ ਐਸਾ ਵਧੀਆ ਹਸਪੀਟਲ ਨਹੀਂ ਹੈ, ਔਰ ਡਾਕਟਰ ਸਾਹਿਬ ਨੇ ਬੀੜਾ ਚੁੱਕਿਆ ਕਿ ਨਹੀਂ ਅਸੀਂ ਇਸ ਹਸਪੀਟਲ ਦੇ ਵਿੱਚ ਚਾਹੇ ਸਰਜਰੀਜ਼ ਹੋਣ, ਲੈਪਰੋਸਕੋਪੀ ਸਰਜਰੀਜ਼ ਹੋਣ, ਚਾਹੇ ਲੈਬੋਰਟਰੀ ਟੈਸਟ ਹੋਣ, ਚਾਹੇ ICU ਦੀ ਗੱਲ ਕਰ ਲਈਏ, ਤਾਂ ਹਰ ਫੈਸਿਲਿਟੀ ਉਹਨਾਂ ਨੇ ਇਸ ਛੋਟੇ ਜਿਹੇ ਹਸਪੀਟਲ 'ਚ ਜਿਸ 'ਚ ਸਟਾਰਟ ਕੀਤਾ ਸੀਗਾ, ਜਿੱਥੇ ਉਹਨਾਂ ਨੇ ਡਾਲਦੀ ਹੈ। ਬਿਲਕੁਲ ਇੱਕ OPD ਤੋਂ ਸ਼ੁਰੂ ਕੀਤਾ ਸੀਗਾ, ਬਾਕੀ ਕਰਦੇ ਕਰਾਉਂਦੇ ਬਾਅਦ ਆਪਰੇਸ਼ਨ ਥੀਏਟਰ ਵੀ ਸਾਰੇ ਕੇਸ ਕਰੀਦੇ ਆਪਾਂ, ਗਾਇਨੀ ਦੇ ਹੋ ਗਏ, ਲੈਪਰੋ ਹੋ ਗਈ, ਸਰਜਰੀ ਹੋ ਗਈ, ਔਰਥੋ ਸਾਰੇ ਕਰੀਦੇ, ਯੂਰੋ ਦਾ ਵੀ ਕਰਤਾ ਕੰਮ ਸ਼ੁਰੂ। ਹੌਲੀ ਦੇਖਾਂਗੇ, ਹੋਰ ਅੱਗੇ ਵਧਾਵਾਂਗੇ। ਜਿੰਨਾ ਉਹਨਾਂ ਨੇ ਚੱਕਿਆ ਵਾ, ਜਿੰਨੀ ਟੈਨਸ਼ਨ ਉਹਨਾਂ ਨੇ ਲਈ ਆ, ਉਸ ਤੋਂ ਜ਼ਿਆਦਾ ਹੋਰ ਅੱਗੇ ਕੰਮ ਕਰਕੇ ਹੋਰ ਕਾਮਯਾਬੀ ਹਾਸਲ ਕਰਾਂਗੇ ਅਤੇ ਇਲਾਕੇ ਨੂੰ ਸਸਤੀ ਸਿਹਤ ਸੇਵਾਵਾਂ ਦੇਣ ਦੀ ਇਹੀ ਆਪਣੀ ਸਾਡੀ ਪਹਿਲ ਆ ਅਤੇ ਵਧੀਆ ਸਿਹਤ ਸੇਵਾਵਾਂ ਦੇਵਾਂਗੇ ਜੀ। ਡਾਕਟਰ ਸਾਹਿਬ ਬੀਇੰਗ 24 ਆਵਰ ਰਾਊਂਡ ਦੀ ਕਲੌਕ ਤੁਸੀਂ ਲੋਕ ਸੇਵਾ ਕਰ ਰਹੇ ਹੋ, ਰਾਤ ਨੂੰ ਵੀ ਸਟਾਫ ਮਿਲਦਾ, ਮੈਡੀਕਲ ਆਫਿਸਰ ਹਮੇਸ਼ਾ ਹੁੰਦਾ, ਕੀ ਕਹਿਣਾ ਚਾਹੋਗੇ ਕਿ ਇਹ ਏਰੀਆ ਜਿਹੜਾ ਜਿਹਦੇ ਵਿੱਚ ਟਰੋਮਾ, ਕਿਉਂਕਿ ਤੁਸੀਂ ਮੇਨ ਰੋਡ ਦੇ ਉੱਤੇ ਬੈਠੇ ਹੋ, ਟਰੋਮਾ ਦੇ ਕੇਸਿਸ ਵੀ ਆ ਜਾਂਦੇ ਨੇ ਔਰ ਕਾਫੀ ਜਿਹੜੀ ਹੈਗੀ ਐਮਰਜੈਂਸੀ ਹੈਂਡਲ ਕਰਨੀ ਪੈਂਦੀ, ਤਕਰੀਬਨ ਹਰ ਰੋਜ਼ ਵਾਂਗੂ ਜਿਹੜੀ ਤੁਹਾਡੀਆਂ ਨੀਂਦਾਂ ਜਿਹੜੀ ਹੈਗੀ ਉਹ ਤਾਂ ਕੋਈ ਨਾ ਕੋਈ ਆ ਕੇ, ਕਿਉਂਕਿ ਪੇਸ਼ੈਂਟ ਚਲੋ ਕੋਈ ਸੀਰੀਅਸ ਹੋਵੇ ਤਾਂ ਪਿੰਡਾਂ ਵਾਲਿਆਂ ਨੂੰ ਮਾਂ ਨਹੀਂ ਬਾਲਾ ਥੋੜ੍ਹੀ ਜਿਹੀ ਵੀ ਪ੍ਰੋਬਲਮ ਹੁੰਦੀ ਹੈ, ਕਹਿੰਦਾ ਢਿੱਡ ਵੀ ਬਾਹਲਾ ਦੁਖਣ ਲੱਗ ਜਾਂਦਾ, ਉਹ ਵੀ ਕਹਿੰਦਾ ਨਹੀਂ ਕੋਈ ਨਹੀਂ ਡਾਕਟਰ ਸਾਹਿਬ ਕੋਲ ਚਲੇ ਜਾਓ, ਔਰ ਡਾਕਟਰ ਸਾਹਿਬ ਹਮੇਸ਼ਾ ਵਿਚਾਰੇ ਉਹੀ ਪ੍ਰੇਮ ਕਰਕੇ ਅਤੇ ਸੇਵਾ ਕਰਦੇ ਨੇ। ਬਿਲਕੁਲ ਕੋਈ ਵੀ ਜਦੋਂ ਮਰਜ਼ੀ ਰਾਤ ਨੂੰ ਭਾਵੇਂ ਆਵਾਜ਼ ਮਾਰ ਲੈਂਦੇ ਉਦੋਂ ਵੀ ਆ ਜਾਂਦਾ ਵਾ। ਇਹੀ ਹੈ ਕਿ ਪਰਿਵਾਰ ਵਾਂਗੂ ਰੱਖੀਦਾ ਨਾ, ਬਾਕੀ ਸਾਰਿਆਂ ਨੂੰ ਮਰੀਜ਼ਾਂ ਨੂੰ ਵੀ ਪਰਿਵਾਰ ਵਾਂਗੂ ਟਰੀਟ ਕਰੂੰਗੇ ਅਤੇ ਉਹ ਵੀ ਤੁਹਾਡੇ ਕੋਲ ਆਉਣਗੇ। ਔਰ ਨੌਵੇਂ ਪਾਤਸ਼ਾਹ ਦੇ ਨਾਮ 'ਤੇ ਬਣਿਆ ਹਸਪੀਟਲ ਜਿਹਦੇ 'ਚ ਸੇਵਾ ਹਮੇਸ਼ਾ ਮੁੱਖ ਤੌਰ ਦੇ ਉੱਤੇ ਸਮਝੀ ਜਾਂਦੀ ਹੈ, ਔਰ ਤੁਸੀਂ ਸਾਰੇ ਜਾਣੇ ਪਰਮਾਤਮਾ ਦੀ ਕਿਰਪਾ, ਸਿਸਟਰ ਵੀ ਡਾਕਟਰ ਸੀਗੀ, ਬ੍ਰਦਰ ਤੁਸੀਂ ਵੀ ਡਾਕਟਰ, ਔਰ ਗਾਂ ਜਿਹੜੀ ਤੁਹਾਡੇ ਮਿਸਿਜ਼ ਆਏ ਨੇ ਉਹ ਵੀ ਇੱਕ ਬਹੁਤ ਟੈਲੈਂਟਡ ਡਾਕਟਰ ਨਾਲ ਤੁਹਾਨੂੰ ਅਟੈਚ ਹੋ ਗਈ ਹੈ, ਔਰ ਸਾਰਾ ਪਰਿਵਾਰ ਜਿਹੜਾ ਹੈਗਾ ਇਸ ਡਾਕਟਰੀ ਦੇ ਕਿੱਤੇ ਦੇ ਨਾਲ ਅਟੈਚ ਹੈਗਾ। ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ। ਡਾਕਟਰ ਜਸਨੀਤ, ਤੁਹਾਡਾ ਸਾਡੇ ਸਪੈਸ਼ਲ ਸ਼ੋਅ ਦੇ ਵਿੱਚ ਸਵਾਗਤ ਹੈ, ਔਰ ਵਧਾਈ ਦਿੰਦੇ ਅਸੀਂ ਵੀ ਤੁਸੀਂ ਉਸ ਪਰਿਵਾਰ ਨਾਲ ਜੁੜੇ ਹੋ ਜਿਸ ਪਰਿਵਾਰ ਨੇ ਇਲਾਕੇ ਦੇ ਵਿੱਚ ਆਪਣਾ ਨਾਮ ਬਣਾਇਆ, ਔਰ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਜੋ ਪੀੜਾਂ ਪਾਈਆਂ ਸੀਗੀਆਂ ਉਹੀ ਉਹਨਾਂ ਦੇ ਬੇਟੇ ਨੇ ਇਸ ਹਸਪੀਟਲ 'ਚ ਸ਼ੁਰੂ ਕਰੀਆਂ ਹੈਗੀਆਂ, ਔਰ ਗੌਰਮੈਂਟ ਸਰਵਿਸ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਹ ਜਦੋਂ ਵੀ ਟਾਈਮ ਮਿਲਦਾ ਨਾਲ ਪਾਪਾ ਦੇ ਸੇਵਾ ਕਰਦੇ ਨੇ, ਔਰ ਤੁਸੀਂ ਜਿਹੜੇ ਇੱਥੇ ਆ ਗਏ ਨੇ ਔਰ ਪਾਪਾ ਦੀਆਂ ਜਿਹੜੀਆਂ ਬਾਹਾਂ
4 ਹੋ ਗਈਆਂ ਤੁਹਾਡੇ ਆਉਣ ਦੇ ਨਾਲ, ਤੁਸੀਂ ਵਧਾਈ ਦੇ ਪਾਤਰ ਹੋ। ਥੈਂਕ ਯੂ ਸੋ ਮਚ। ਮੈਂ ਤਾਂ ਖੁਦ ਬਹੁਤ ਮਾਣ ਮਹਿਸੂਸ ਕਰਦੀ ਹਾਂ ਕਿ ਮੈਂ ਇਸ ਪਰਿਵਾਰ ਨਾਲ ਜੁੜੀ ਹਾਂ। ਆਈ ਐਮ ਸੋ ਲੱਕੀ ਕਿ ਮੈਨੂੰ ਇਹ ਮੌਕਾ ਦਿੱਤਾ ਰੱਬ ਨੇ ਕਿ ਮੈਨੂੰ ਇੰਨੀ ਵਧੀਆ ਫੈਮਿਲੀ ਮਿਲੀ ਆ। ਸਾਰੇ ਬਹੁਤ ਵਧੀਆ ਨੇ ਅਤੇ ਬਹੁਤ ਵਧੀਆ ਇਨਵਾਇਰਮੈਂਟ ਹੈ ਇੱਥੇ। ਅਤੇ ਪਾਪਾ ਜਿਵੇਂ ਪੇਸ਼ੈਂਟਸ ਨੂੰ ਦੇਖਦੇ ਆ ਅਤੇ ਅਸੀਂ ਉਹਨਾਂ ਕੋਲ ਸਿੱਖਣ ਦਾ ਮੌਕਾ ਵੀ ਮਿਲਦਾ ਬਹੁਤ, ਅਤੇ ਬਹੁਤ ਪ੍ਰਾਊਡ ਫੀਲ ਕਰਦੀ ਹਾਂ ਮੈਂ। ਕੀ ਕਹਿਣਾ ਚਾਹੋਗੇ ਕਿ ਗਾਇਨੀ ਦੀ ਜੇ ਆਪਾਂ ਗੱਲ ਕਰ ਲਈਏ, ਜਿਸ ਤਰੀਕੇ ਦੇ ਨਾਲ ਤੁਸੀਂ ਐਜ਼ ਏ ਗਾਇਨਕੋਲੋਜਿਸਟ ਵੀ ਇੱਥੇ ਸੇਵਾਵਾਂ ਦੇ ਰਹੇ ਹੋ, ਅੱਜ ਦਾ ਜਿਹੜਾ ਯੁੱਗ ਹੈਗਾ, ਕੋਈ ਯੁੱਗ ਸੀਗਾ ਜਦੋਂ ਬੱਚੇ ਜਨਮ ਦਾ ਜਿਹੜਾ ਕੰਮ ਸੀਗਾ ਉਹ ਬਹੁਤ ਈਜ਼ੀ ਹੁੰਦਾ ਸੀ, ਲੋਕ ਕੰਮ ਕਰਦੇ ਕਰਦੇ ਬੱਚੇ ਜਨਮ ਦਿੰਦੇ ਸੀਗੇ। ਲੇਕਿਨ ਅੱਜ ਇੱਕ ਬਹੁਤ ਵੱਡਾ ਇੱਕ ਚੈਲੰਜ, ਇੱਕ ਬਹੁਤ ਵੱਡਾ ਪੈਕੇਜ, ਪਹਿਲਾਂ ਤਾਂ ਕੰਸੀਵ ਕਰਨਾ ਬਹੁਤ ਔਖਾ ਔਰ ਉਸ ਤੋਂ ਬਾਅਦ 'ਚ ਡਿਲੀਵਰੀ 'ਚ ਬੜੇ ਔਖੀਆਂ। ਕੀ ਕਹਿਣਾ ਚਾਹੋਗੇ? ਜਿਵੇਂ ਮੈਰਿਜ ਹੁੰਦੀ ਆ, ਹਰ ਮੋੜ 'ਤੇ ਜਦੋਂ ਪ੍ਰੈਗਨੈਂਸੀ ਹੁੰਦੀ ਆ ਅਤੇ ਹਰ ਮੋੜ 'ਤੇ ਇੱਕ ਲੋੜ ਹੁੰਦੀ ਆ ਕਿ ਤੁਹਾਨੂੰ ਵਧੀਆ ਗਾਈਡੈਂਸ ਮਿਲੇ, ਤੁਹਾਨੂੰ ਵਧੀਆ ਡਾਕਟਰ ਸਪੋਰਟ ਕਰਨ। ਇੱਕ ਡਾਕਟਰ ਦੀ ਜ਼ਿੰਮੇਵਾਰੀ ਆ ਕਿ ਉਹ ਆਪਣੇ ਪੇਸ਼ੈਂਟ ਨੂੰ ਬਿਲਕੁਲ ਧਿਆਨ ਨਾਲ ਸੁਣਨ ਅਤੇ ਇੱਕ ਆਪਣੀ ਪ੍ਰੋਬਲਮ ਸਮਝ ਕੇ ਹੀ ਉਹਦਾ ਇਲਾਜ ਕਰਨ, ਕਿ ਮਤਲਬ ਪੇਸ਼ੈਂਟ ਨੂੰ ਬਿਲਕੁਲ ਵੀ ਕੋਈ ਪ੍ਰੋਬਲਮ ਨਾ ਆਵੇ। ਉਹ ਹਰ ਮਤਲਬ ਜੇ ਦਵਾਈ ਮਹਿੰਗੀ ਵੀ ਹੋਵੇ ਤਾਂ ਵੀ ਉਹਨੂੰ ਲੱਗੇ ਕਿ ਹਾਂ ਭਰੋਸਾ ਹੋਣਾ ਚਾਹੀਦਾ ਹੈ ਕਿ ਡਾਕਟਰ ਨੇ ਵਧੀਆ ਦਵਾਈ ਲਿਖੀ ਆ ਅਤੇ ਮਤਲਬ ਸਹੀ ਇਲਾਜ ਹੋ ਰਿਹਾ ਵਾ। ਕੋਈ ਇੱਕ ਵਿਸ਼ਵਾਸ ਵੀ ਬਿਲਡ ਕਰਨਾ ਬਹੁਤ ਜ਼ਰੂਰੀ ਆ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਕਿ ਇੱਕ ਪਹਿਲਾਂ ਜਿਹੜਾ ਜ਼ਮਾਨਾ ਸੀਗਾ ਉਹਦੇ 'ਚ ਬਹੁਤ ਕੇਸ ਜਿਹੜੇ ਖਰਾਬ ਹੋ ਜਾਂਦੇ ਸੀਗੇ, 7ਵਾਂ 8ਵਾਂ ਪਹਿਲੇ, ਲੇਕਿਨ ਅੱਜ ਕੱਲ੍ਹ ਜਿਹੜੀ ਸਕੈਨਿੰਗ ਹੈਗੀ ਆ ਉਹ ਪੈਰਲ ਚੱਲਦੀ ਹੈਗੀ ਆ, ਉਹਦੇ ਨਾਲ ਤੁਸੀਂ ਪਹਿਲਾਂ ਹੀ ਅੰਦਰ ਦੇਖਦੇ ਰਹਿੰਦੇ ਆ ਉਹਨਾਂ ਦਾ ਕਿ ਕਿੱਦਾਂ ਦੀ ਕੰਡੀਸ਼ਨ ਆ ਬੱਚੇ ਦੀ, ਔਰ ਬੜੇ ਕੌਨਸ਼ੀਅਸ ਨੇ ਪੇਰੈਂਟਸ ਵੀ। ਕੀ ਕਹਿਣਾ ਚਾਹੋਗੇ ਕਿ 9 ਮਹੀਨੇ ਹੀ ਜਿਹੜਾ ਹੈਗਾ ਬੱਚੇ ਦੇ ਨਾਲ ਅਟੈਚ, ਤੁਸੀਂ ਫੈਮਿਲੀ ਨੂੰ ਵੀ ਨਾਲ ਰਹਿਣਾ ਪੈਂਦਾ, ਡਾਕਟਰ ਨੂੰ ਵੀ ਨਾਲ? ਇੱਕ ਡਾਕਟਰ ਦਾ ਵੀ ਬਹੁਤ ਇੰਪੋਰਟੈਂਟ ਰੋਲ ਹੁੰਦਾ ਵਾ ਐਜ਼ ਫੈਮਿਲੀ, ਕਿ ਜੇ ਤੁਸੀਂ ਸ਼ੁਰੂ ਤੋਂ ਹੀ ਇੱਕ ਆਪਣੇ ਡਾਕਟਰ ਨੂੰ ਦਿਖਾਓ, ਉਸੇ ਡਾਕਟਰ ਕੋ ਆਓ ਹਰ ਵਾਰੀ ਜਦੋਂ ਤੱਕ ਸ਼ੁਰੂ ਹੁੰਦਾ ਬੱਚਾ, ਅਤੇ ਉਸ ਤੋਂ ਬਾਅਦ 9ਵੇਂ ਮਹੀਨੇ ਤੱਕ ਕੰਪਲੀਟ ਹੋਣ 'ਤੇ ਫਿਰ ਜੋ ਮਤਲਬ ਸਾਰਾ ਕੁਝ ਪਤਾ ਲੱਗਦਾ ਰਹਿੰਦਾ ਕਿ ਬੱਚਾ ਸਹੀ ਆ। ਅਸੀਂ ਫੈਮਿਲੀ ਦੇ ਵਿੱਚ ਜਿੱਥੇ ਪਹਿਲਾਂ ਹੀ ਮੈਡੀਕਲ ਪ੍ਰੋਫੈਸ਼ਨ ਚੱਲਦਾ ਸੀਗਾ ਔਰ ਪੇਸ਼ੈਂਟਸ ਪਹਿਲਾਂ ਹੀ ਸੀਗੇ, ਤੁਹਾਨੂੰ ਕੋਈ ਟਰਾਈ ਕਰਨ ਦੀ ਲੋੜ ਹੀ ਨਹੀਂ ਪਈ। ਤੁਸੀਂ ਆਏ ਔਰ ਆ ਕੇ ਉਹਦੀ ਜਿਹੜੀ OPD ਸੀਗੀ 100-125 ਦੀ, ਉਹਨੂੰ ਨਾਲ ਹੀ ਸੰਭਾਲ ਲਿਆ, ਔਰ ਚਾਹੇ ਉਹ ਖੰਘ ਦੇ ਪੇਸ਼ੈਂਟ ਹੋਣ, ਚਾਹੇ ਉਹ ਜ਼ੁਕਾਮ ਦੇ ਹੋਣ, ਚਾਹੇ ਉਹ ਬੁਖਾਰ ਹੋਵੇ, ਚਾਹੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋਵੇ, ਤਾਂ ਇਸ ਹਸਪੀਟਲ ਇੱਥੇ ਆ ਕੇ ਤੁਸੀਂ ਪਹਿਲੇ ਦਿਨ ਤੋਂ ਹੀ ਜਿਹੜਾ ਹੈਗਾ ਮਤਲਬ ਆਪਣਾ ਜਿਹੜਾ ਹੈਗਾ ਕੈਰੀ ਔਨ ਹੋ ਗਏ। ਹਾਂਜੀ, ਬਹੁਤ ਵਧੀਆ। ਮਤਲਬ ਪਾਪਾ ਨੇ ਜਿੰਨੀ ਮਿਹਨਤ ਕੀਤੀ ਆ ਸਾਨੂੰ, ਤੇ ਅਸੀਂ ਤੇ ਉਨੀ ਕਰ ਵੀ ਨਹੀਂ ਸਕਦੇ ਜਿੰਨੀ ਪਾਪਾ ਨੇ ਮਿਹਨਤ ਕੀਤੀ ਆ। ਸੋ ਆਈ ਐਮ ਸੋ ਪ੍ਰਾਊਡ ਕਿ ਇੰਨਾ ਵਧੀਆ ਸੈਟਅਪ, ਇੰਨੀ ਸਾਰਾ ਕੁਛ, ਇੰਨੀਆਂ ਫੈਸਿਲਿਟੀਜ਼, ਤੇ ਕਿਸਮਤ ਵਾਲੀ ਹਾਂ ਮੈਂ ਕਿ ਸਾਰਾ ਕੁਛ ਇੰਨਾ ਵਧੀਆ ਮਿਲਿਆ। ਕੀ ਕਹਿਣਾ ਚਾਹੋਗੇ ਕਿ ਕੋਈ ਜ਼ਮਾਨਾ ਸੀਗਾ ਕਿ ਲੋਕ ਇਨਫਰਟਿਲਿਟੀ ਨੂੰ ਜਿਹੜਾ ਛੁਪਾਉਂਦੇ ਸੀਗੇ, ਔਰ ਅੱਜ ਜਿਹੜਾ ਇਨਫਰਟਿਲਿਟੀ ਹੈਗਾ ਇੱਕ ਆਮ ਜਿਹੀ ਚੀਜ਼ ਬਣ ਗਈ ਹੈ? ਕੀ ਕਹਿਣਾ ਚਾਹੋਗੇ ਕਿ ਕੋਈ ਜ਼ਮਾਨੇ ਸੀਗੇ ਕਿ ਲੋਕ ਅਸੈਪਟ ਨਹੀਂ ਕਰਦੇ ਸੀਗੇ, ਲੇਕਿਨ ਅੱਜ ਕੱਲ੍ਹ ਇਨਫਰਟਿਲਿਟੀ ਜਿਹੜੀ ਹੈਗੀ ਕਾਫੀ ਵੱਧ ਗਈ ਹੈ, ਔਰ ਤੁਸੀਂ ਐਜ਼ ਏ ਕਾਉਂਸਲਰ, ਤੁਸੀਂ ਕਿਉਂਕਿ ਗਾਈਡ ਕਰਦੇ ਹੋ ਜਿਹੜੇ ਆਉਂਦੇ ਨੇ ਕਪਲਸ, ਉਹਨਾਂ ਨੂੰ ਦੱਸਦੇ ਹੋ ਵੀ ਭਾਈ ਆਹ ਦਿਨ ਦੇ ਵਿੱਚ ਤੁਸੀਂ ਅਗਰ ਮਿਲਦੇ ਹੋ ਤਾਂ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਔਰ ਪਰਮਾਤਮਾ ਦੀ ਕਿਰਪਾ ਹੋਵੇ। ਮਤਲਬ ਕੀ ਕਹਿਣਾ ਚਾਹੋਗੇ ਕਿ ਉਹ ਈਜ਼ ਜ਼ੋਨ ਤੁਸੀਂ ਲੈ ਜਾਂਦੇ ਹੋ ਪੇਸ਼ੈਂਟਸ ਨੂੰ ਜਦੋਂ ਆਉਂਦੇ ਨੇ, ਔਰ ਉਹਨਾਂ ਨੂੰ ਗਾਈਡ ਕਰਦੇ ਹੋ, ਔਰ ਉਹਦੇ ਨਾਲ ਉਹ ਚਾਹੇ ਸਿੰਪਲ ਥਾਇਰਾਇਡ ਹੈ, ਉਹਨਾਂ ਨੂੰ ਕਈ ਵਾਰੀ ਕੋਈ ਹੋਰ ਸਿੰਪਲਸਿਟੀ ਦੇ ਨਾਲ ਹੀ ਜਿਹੜੀ ਹੈਗੀ ਆ ਪ੍ਰੈਗਨੈਂਸੀ ਜਿਹੜੀ ਹੈਗੀ ਆ ਉਹ ਰਿਟਾਰਡ ਹੁੰਦੀ ਆ, ਉਹਨੂੰ ਸਹੀ ਕਰਦੇ? ਹਾਂਜੀ, ਅਸੀਂ ਸ਼ੁਰੂ ਤੋਂ ਹੀ ਪੇਸ਼ੈਂਟ ਜਦੋਂ ਆਉਂਦਾ ਸਾਡੇ ਕੋਲ ਕਿ ਪ੍ਰੈਗਨੈਂਸੀ ਨਹੀਂ ਹੋ ਰਹੀ, ਕੀ ਕਾਜ਼ਿਜ਼ ਹੋ ਸਕਦੇ ਆ, ਉਹ ਤਾਂ ਇੱਕ ਥਾਇਰੋਇਡ ਵੀ ਹੋ ਸਕਦਾ ਵਾ ਕਿ ਉਹਦੇ ਕਰਕੇ ਮਤਲਬ ਬੱਚਾ ਨਹੀਂ ਹੋ ਸਕਦਾ, ਜਾਂ ਪ੍ਰੋਲੈਕਟਿਨ ਰਾਈਜ਼ ਹੋਵੇ ਉਹਦੇ ਕਰਕੇ ਨਹੀਂ ਹੋ ਸਕਦਾ, ਜਾਂ ਫਿਰ ਮਤਲਬ ਹੋਰ ਵੀ ਬਹੁਤ ਰੀਜ਼ਨਸ ਹੋ ਸਕਦੇ, ਜਾਂ ਫਿਰ ਉਹਨੂੰ ਟਾਈਮ ਹੀ ਨਹੀਂ ਪਤਾ ਹੁੰਦਾ ਪੇਸ਼ੈਂਟ ਨੂੰ ਕਿ ਕਿਹੜੇ ਟਾਈਮ 'ਤੇ ਮਤਲਬ ਮਿਲਣਾ ਚਾਹੀਦਾ ਵਾ, ਕਿਹੜੇ ਟਾਈਮ 'ਤੇ ਮਤਲਬ ਹੋਣੀ ਚਾਹੀਦੀ ਆ, ਜਿਹੜੀ ਚੀਜ਼ ਨਹੀਂ ਹੋ ਪਾਉਂਦੀ ਡਿਊ ਟੂ ਸਮ ਰੀਜ਼ਨਸ, ਅਤੇ ਆਪਾਂ ਉਹਨੂੰ ਉਹ ਟਾਈਮ ਦੱਸਦੇ ਹਾਂ ਅਤੇ ਬਾਕੀ ਸਾਰੇ ਟੈਸਟ ਵਗੈਰਾ ਕਰਵਾ ਕੇ ਅਤੇ ਮਤਲਬ ਕਰਦੇ ਹਾਂ ਕਿ ਉਹ ਕਨਸੀਵ ਕਰ ਲੈਣ। ਐਨੀ ਹਾਊ ਮਤਲਬ ਉਹਨਾਂ ਨੂੰ ਆਪਣਾ ਬਾਇਓਲੋਜੀਕਲ ਬੇਬੀ ਮਿਲਣਾ ਚਾਹੀਦਾ ਵਾ ਐਨੀ ਹਾਊ। ਦੱਸੋ ਕੀ ਕਹਿਣਾ ਚਾਹੋਗੇ ਕਿ PCOD ਜਿਹੜੀ ਕਿ ਇੱਕ ਬਹੁਤ ਵੱਡਾ ਐਪੀਡੈਮਿਕ ਬਣ ਚੁੱਕੀ ਹੈ ਛੋਟੇ ਛੋਟੇ ਬੱਚਿਆਂ ਨੂੰ, ਔਰ ਉਹਦੇ ਲਈ ਵੀ ਤੁਸੀਂ ਇੱਕ ਐਕਸਪਰਟ ਮੰਨੇ ਜਾਂਦੇ ਹੋ, ਤੁਸੀਂ ਪਹਿਲਾਂ ਤੋਂ ਹੀ ਆਪਣੀ ਪ੍ਰੈਕਟਿਸ ਦੇ ਵਿੱਚ ਇਹ ਸੇਵਾਵਾਂ ਜਿਹੜੀਆਂ ਹੈਗੀਆਂ ਆਪਣੇ ਪੜ੍ਹਦੇ ਹੋਏ ਜਿਹੜਾ ਹੈਗਾ ਕਾਫੀ ਇਸ 'ਤੇ ਡੀਪਲੀ ਕੀਤਾ, ਔਰ ਇਹ ਏਰੀਆ ਜਿਹੜਾ ਜਿੱਥੇ ਇਸ ਚੀਜ਼ ਦੀ ਅਭਾਵ ਹੈ, ਲੋਕਾਂ ਨੂੰ ਪਤਾ ਨਹੀਂ ਸੀ ਇਹਨਾਂ ਚੀਜ਼ਾਂ ਦਾ, ਤੁਸੀਂ ਆ ਕੇ ਗਾਈਡ ਕੀਤਾ ਉਹਨਾਂ ਨੂੰ, ਬੱਚਿਆਂ ਨੂੰ ਦੱਸਦੇ ਹੋ ਕਿ ਭਾਈ ਤੁਸੀਂ ਫਿਜ਼ੀਕਲ ਐਕਸਰਸਾਈਜ਼ਾਂ ਕਰੋ, ਤੁਸੀਂ ਆਪਣੇ ਆਪ ਨੂੰ ਓਬਜ਼ਰਵ ਰੱਖੋ, ਤੁਸੀਂ ਸਾਈਕਲ ਵਗੈਰਾ ਚਲਾਓ। ਕੀ ਕਹਿਣਾ ਚਾਹੋਗੇ?
ਇੱਕ ਯੋਗਾ ਮਤਲਬ ਬਹੁਤ ਵਧੀਆ ਰੋਲ ਪਲੇ ਕਰਦਾ ਵਾ ਐਜ਼ ਅ PCOD ਚ, ਜਿਵੇਂ ਪੇਸ਼ੈਂਟ ਨੂੰ ਨਹੀਂ ਐਗਸ ਰਿਲੀਜ਼ ਹੋ ਰਹੇ ਜਾਂ ਫਿਰ ਇੱਕ ਡਾਈਟ ਉਹਨਾਂ ਦੀ ਸਹੀ ਨਹੀਂ ਹੁੰਦੀ, ਓਬੀਜ਼ ਹੁੰਦੀਆਂ ਨੇ, ਉਹਨਾਂ ਦਾ ਮਤਲਬ ਇਨਸੂਲਿਨ ਲੈਵਲ ਸਹੀ ਨਹੀਂ ਹੁੰਦਾ ਬਾਡੀ 'ਚ। ਸੋ ਯੋਗਾ ਜਾਂ ਫਿਜ਼ੀਕਲ ਐਕਟੀਵਿਟੀਜ਼ ਬਹੁਤ ਵਧੀਆ ਰੋਲ ਪਲੇ ਕਰਦੀਆਂ ਨੇ ਸੋ ਦੈਟ ਕਿ PCOD ਨੂੰ ਉਹ ਕਰ ਸਕਣ, ਹੀਲ ਕਰ ਸਕਣ, ਅਤੇ ਜਿਹੜਾ ਉਹਨਾਂ ਤੋਂ ਮਤਲਬ ਐਗਸ ਵਧੀਆ ਰਿਲੀਜ਼ ਹੋਣ ਅਤੇ ਦੇ ਹੈਵ ਅ ਬਾਇਓਲੋਜੀਕਲ ਚਾਈਲਡ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਕਿ ਇੱਕ ਨਾਰਮਲ ਡਿਲੀਵਰੀ ਦੇ ਲਈ ਲੋਕਾਂ ਨੂੰ ਅੱਜ ਘਬਰਾਉਣਾ ਨਹੀਂ ਚਾਹੀਦਾ, ਔਰ ਦਰਦਾਂ ਤੋਂ ਨਹੀਂ, ਲੜਕਿਆਂ ਨੂੰ ਵੀ ਨਹੀਂ ਘਬਰਾਉਣਾ ਚਾਹੀਦਾ ਦਰਦਾਂ ਤੋਂ ਜ਼ਿਆਦਾ ਤੋਂ, ਔਰ ਅੱਜ ਦਾ ਜਿਹੜਾ ਯੁੱਗ ਹੈਗਾ ਜਿਹਦੇ 'ਚੋਂ ਜਲਦੀ ਉਹਨਾਂ ਨੂੰ ਹੁੰਦਾ ਕਿ ਅਸੀਂ ਆਪਰੇਸ਼ਨ 'ਚ ਚਲੇ ਜਾਈਏ, ਜਲਦੀ ਕਰੀਏ, ਤੇਜ਼ੀ ਕਰੀਏ। ਅਸੀਂ ਇਹੀ ਚਾਹੁੰਦੇ ਹਾਂ ਕਿ ਬੇਬੀ ਹੈਲਦੀ ਹੋਵੇ, ਕੋਈ ਵੀ ਮਤਲਬ ਜਾਂ ਉਹ ਨਾਰਮਲ ਹੋਵੇ ਜਾਂ ਸਿਜ਼ੇਰੀਅਨ ਹੋਵੇ, ਬੇਬੀ ਹੈਲਦੀ ਹੋਣਾ ਚਾਹੀਦਾ ਵਾ, ਬੇਬੀ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਈਵਨ ਦ ਮਦਰ ਸ਼ੁੱਡ ਬੀ ਹੈਲਦੀ। ਅਤੇ ਜੇ ਉਹ ਨਾਰਮਲ ਡਿਲੀਵਰੀ ਮਤਲਬ ਜੇ ਉਹ ਨਹੀਂ ਸਹਿ ਸਕਦੀ ਦਰਦਾਂ, ਤੇ ਉਹ ਸਿਜ਼ੇਰੀਅਨ ਸੈਕਸ਼ਨ ਵੀ ਕਰਵਾ ਸਕਦੀ ਆ। ਉਹ ਇਟਸ ਅ ਮੈਰੀਕਲ ਕਿ ਪਹਿਲਾਂ ਤਾਂ ਲੋਕੀ ਇੰਨੀਆਂ ਦਰਦਾਂ ਸਹਿੰਦੇ ਸੀਗੇ, ਇੰਨੀ ਪੇਨ ਹੁੰਦੀ ਸੀਗੀ, ਜੋ ਮਰਜ਼ੀ ਧੱਕੇ ਨਾਲ ਬੱਚਾ ਕਰਨਾ, ਅਤੇ ਹੁਣ ਜੇ ਸਿਜ਼ੇਰੀਅਨ ਸੈਕਸ਼ਨ ਆ ਤਾਂ ਆਪਾਂ ਉਹਦਾ ਫਾਇਦਾ ਵੀ ਚੱਕਣਾ ਚਾਹੀਦਾ ਵਾ ਕਿ ਕਿਉਂ ਦਰਦਾਂ ਲੈਣੀਆਂ। ਜੇ ਨਹੀਂ ਹੋ ਰਿਹਾ ਜਾਂ ਕੋਈ ਬਰੀਚ ਆ ਜਾਂ ਟਰਾਂਸਵਰਸ ਆ, ਕਿਸੇ ਵੀ ਤਰ੍ਹਾਂ ਦਾ ਬੇਬੀ ਆ, ਕਿਸੇ ਕੋਈ ਵੀ ਪੋਜੀਸ਼ਨ 'ਚ ਆ, ਜੇ ਮਤਲਬ ਵਜਾਈਨਲ ਡਿਲੀਵਰੀ ਸਿਰਫ ਉਹ 'ਚ ਹੀ ਹੋ ਸਕਦੀ ਜਿਸ 'ਚ ਸਫੈਲਿਕ ਹੋਵੇ ਬੇਬੀ। ਜੇ ਉਹ ਬਰੀਚ ਆ ਜਾਂ ਟਰਾਂਸਵਰਸ ਆ ਅਤੇ ਉਹਦੇ 'ਚ ਆਪਾਂ ਫੋਰਸ ਥੋੜ੍ਹੀ ਕਰਾਂਗੇ ਪੇਸ਼ੈਂਟ ਨੂੰ ਕਿ ਹਾਂ ਨਹੀਂ ਦਰਦਾਂ ਲਓ, ਤੁਸੀਂ ਲਈ ਜਾਓ, ਤੁਹਾਡਾ ਕਰ ਦਾਂਗੇ ਆਪਾਂ ਬੇਬੀ। ਅਤੇ ਇੱਕ ਗਾਈਡੈਂਸ ਹੋਣੀ ਬਹੁਤ ਜ਼ਰੂਰੀ ਹੈ ਕਿ ਵਜਾਈਨਲ ਡਿਲੀਵਰੀ ਕਿਉਂ ਹੋਣੀ ਚਾਹੀਦੀ ਅਤੇ ਸਿਜ਼ੇਰੀਅਨ ਸੈਕਸ਼ਨ ਕਿਉਂ ਹੋਣਾ ਚਾਹੀਦਾ। ਜ਼ਰੂਰੀ ਨਹੀਂ ਆ ਕਿ ਹਰ ਵਾਰੀ ਆਪਾਂ ਇਹੀ ਕਹੀਏ ਕਿ ਹਾਂ ਸਿਜ਼ੇਰੀਅਨ ਸੈਕਸ਼ਨ ਹੀ ਕਰਵਾਓ, ਉਹਦੇ 'ਚ ਬਹੁਤ ਫਾਇਦੇ ਨੇ। ਅਤੇ ਵਜਾਈਨਲ ਡਿਲੀਵਰੀ ਵੀ ਇੱਕ ਬਹੁਤ ਇੰਪੋਰਟੈਂਸ ਆ ਕਿ ਇੱਕ ਤਾਂ ਲੇਡੀ ਨੂੰ ਸਫਰ ਨਹੀਂ ਹੋਣਾ ਪੈਂਦਾ ਐਡੇ ਵੱਡੇ ਆਪਰੇਸ਼ਨ ਤੋਂ, ਨਾ ਹੀ ਉਹਨੂੰ ਇੰਜੈਕਸ਼ਨ ਲਵਾਉਣਾ ਪੈਂਦਾ ਵਾ, ਅਤੇ ਨਾ ਹੀ ਉਹਨੂੰ ਇੰਨੇ ਟਾਈਮ ਤੱਕ ਰੈਸਟ ਕਰਨਾ ਪੈਂਦਾ ਵਾ। ਸੋ ਵਜਾਈਨਲ ਡਿਲੀਵਰੀ ਐਜ਼ ਕੰਪੇਅਰ ਮਤਲਬ ਉਹ ਵੀ ਵਧੀਆ ਵਾ ਅਤੇ ਸਿਜ਼ੇਰੀਅਨ ਸੈਕਸ਼ਨ ਵੀ ਵਧੀਆ ਵਾ ਇਨ ਡਿਫਰੈਂਟ ਪ੍ਰੋਸਪੈਕਟਿਵਸ। ਡਾਕਟਰ ਸਾਹਿਬ, ਡਿਪਰੈਸ਼ਨ ਜਿਹੜਾ ਕਿ ਕਰੋਨਾ ਤੋਂ ਬਾਅਦ ਵਿੱਚ ਇੱਕ ਆਮ ਜੀ ਗੱਲ ਲੋਕਾਂ ਲਈ ਬਣ ਗਈ ਹੈ, ਕੀ ਕਹਿਣਾ ਚਾਹੋਗੇ ਕਿ ਤੁਸੀਂ ਉਹਦੇ ਵੀ ਕਾਉਂਸਲਰ ਹੋ, ਤੁਸੀਂ ਉਹਨਾਂ ਨੂੰ ਜ਼ੋਨ 'ਚ ਲੈ ਕੇ ਜਾਂਦੇ ਹੋ, ਪੇਸ਼ੈਂਟਸ ਨੂੰ ਉਹਨਾਂ ਨੂੰ ਗਾਈਡ ਕਰਦੇ ਹੋ, ਜਿਹੜੀਆਂ ਲੇਡੀਜ਼ ਆਉਂਦੀਆਂ ਨੇ ਉਹਨਾਂ ਨੂੰ ਕਹਿੰਦੇ ਹੋ ਕਿ ਨਹੀਂ ਆਪਾਂ ਨੂੰ ਆਪਣੀਆਂ ਜਿਹੜੀਆਂ ਇੱਛਾਵਾਂ ਹੈਗੀਆਂ ਉਹ ਉਨੀਆਂ ਕੀ ਰੱਖਣੀਆਂ ਚਾਹੀਦੀਆਂ ਜਿਹਦੇ ਨਾਲ ਆਪਾਂ ਆਪਣੇ ਜ਼ਿੰਦਗੀ ਨੂੰ ਵਧੀਆ ਨਿਰਬਾਹ ਕਰੀਏ। ਆਪਾਂ ਇੱਕ ਲੇਡੀਜ਼ ਦਾ ਜਿਹੜਾ ਕੰਮ ਹੈਗਾ ਉਹਨਾਂ ਨੂੰ ਪ੍ਰੈਸ਼ਰ ਦੇ ਥੱਲੇ ਥੋੜ੍ਹਾ ਬਹੁਤ ਜਿਹੜਾ ਹੈਗਾ ਹਸਬੈਂਡ ਦਾ ਜਿਹੜਾ ਹੈਗਾ ਰਿਸਪੈਕਟ ਕਰਨੀ ਚਾਹੀਦੀ ਹੈਗੀ ਆ। ਉਹਦੇ ਨਾਲ ਬੱਚਿਆਂ ਦੇ ਨਾਲ ਕਿ ਬੱਚਿਆਂ ਤੋਂ ਅੱਕਣਾ ਨਹੀਂ ਹੈ, ਤੁਸੀਂ ਆਪ ਦਾ IQ ਉਹਨਾਂ ਦੇ ਨਾਲ ਬਣਾਉਣਾ। ਕੀ ਕਹਿਣਾ ਚਾਹੋਗੇ ਕਿ ਤੁਸੀਂ ਕਾਫੀ ਗਾਈਡੈਂਸ ਜਿਹੜੀ ਹੈ ਕਿ ਲੋਕਾਂ ਨੂੰ ਦਿੰਦੇ ਹੋ ਇੱਥੇ ਆ ਕੇ, ਜਿਹੜੇ ਲੋਕ ਡਿਪਰੈਸ਼ਨ 'ਚ ਹੁੰਦੇ ਨੇ? ਹਾਂਜੀ ਡਿਪਰੈਸ਼ਨ ਦਾ ਟਰੀਟਮੈਂਟ ਮੇਨ ਤੇ ਆਪਾਂ ਮੈਡੀਸਿਨ ਵੀ ਹੁੰਦੀ ਆ, ਬਟ ਮੇਨ ਚੀਜ਼ ਆ ਕਿ ਜਿਹੜੀ ਚੀਜ਼ ਦਾ ਉਹਨੂੰ ਡਿਪਰੈਸ਼ਨ ਹੋ ਰਿਹਾ ਉਹਨੂੰ ਟਰੀਟ ਕਰੋ, ਬੰਦੇ ਨੂੰ ਮਤਲਬ ਉਹਨਾਂ ਨਾਲ ਗੱਲ ਕਰੋ, ਉਹਦੇ ਨਾਲ ਉਹਨੂੰ ਸਹੀ ਗਾਈਡੈਂਸ ਦਿਓ ਕਿ ਕਾਹਦਾ ਡਿਪਰੈਸ਼ਨ ਆ, ਡਿਪਰੈਸ਼ਨ ਕਿਉਂ ਹੋਣਾ। ਐਕਸਰਸਾਈਜ਼ ਕਰੋ, ਵਧੀਆ ਖਾਓ ਪੀਓ, ਫੈਮਲੀ ਨਾਲ ਟਾਈਮ ਸਪੈਂਡ ਕਰੋ, ਮੂਵੀਜ਼ ਵਗੈਰਾ ਦੇਖੋ, ਬਾਹਰ ਘੁੰਮਣ ਜਾਓ। ਇਹ ਨਹੀਂ ਕਿ ਬਸ ਚਾਰ ਦੀਵਾਰੀ 'ਚ ਬੰਦ ਰਹੋ ਅਤੇ ਜਾਂ ਫਿਰ ਬਸ ਆਪਣਾ ਕੰਮ ਕਰੀ ਜਾਓ। ਓਬਵੀਅਸਲੀ ਕੰਮ ਵੀ ਬਹੁਤ ਜ਼ਰੂਰੀ ਆ, ਬਟ ਇੱਕ ਤਾਂ ਫੈਮਲੀ 'ਚ ਜਿਹੜਾ ਲਾਈਕ ਬੱਚਿਆਂ ਦਾ ਰੋਲ, ਫਾਦਰ ਦਾ ਰੋਲ, ਮਦਰ ਦਾ ਰੋਲ ਸਾਰਾ ਬਹੁਤ ਇੰਪੋਰਟੈਂਟ ਆ ਕਿ ਇੱਕ ਲੇਡੀ ਨੂੰ ਸਪੋਰਟ ਮਿਲਦੀ ਆ ਕਿ ਉਹਦੀ ਫੈਮਲੀ ਉਹਦੇ ਨਾਲ ਖੜੀ ਆ। ਅਤੇ ਜੇ ਉਹਨੂੰ ਇੱਕ ਲੇਡੀ ਨੂੰ ਡਿਪਰੈਸ਼ਨ ਹੋ ਰਿਹਾ ਵਾ ਅਤੇ ਉਹਦਾ ਕਾਰਨ ਇਹ ਵੀ ਮੇਨ ਰੀਜ਼ਨ ਉਹ ਹੋ ਸਕਦਾ ਕਿ ਉਹਦੇ ਬੱਚੇ ਉਹਦੀ ਰਿਸਪੈਕਟ ਨਾ ਕਰਨ, ਉਹਦਾ ਹਸਬੈਂਡ ਉਹਦੀ ਰਿਸਪੈਕਟ ਨਾ ਕਰੇ। ਸੋ ਇਹ ਚੀਜ਼ਾਂ ਮਤਲਬ ਲੇਡੀ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਮੈਂ ਆਪਣੇ ਲਈ ਸਟੈਂਡ ਕਰਾਂ, ਮੇਰੇ ਆਪਣੇ ਲਈ ਜੋ ਮੈਨੂੰ ਪ੍ਰੋਬਲਮ ਹੋ ਰਹੀ ਹੈ ਮੈਂ ਉਹ ਫੈਮਿਲੀ ਨੂੰ ਦੱਸਾਂ ਤਾਂ ਕਿ ਉਹ ਫੈਮਿਲੀ ਮੇਰਾ ਕਨਕਲੂਜਨ ਕੱਢ ਸਕੇ ਕਿ ਮੈਨੂੰ ਇਹ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਐਸਾ ਅਲਰਜੀ ਜਿਹੜੀ ਕਿ ਇੱਕ ਬਹੁਤ ਵੱਡੀ ਸਾਇੰਸ ਸੀ, ਅੱਜ ਲੋਕ ਬਣਾਈ ਬੈਠੇ ਆ, ਅਲਰਜੀਆਂ ਦੇ ਉੱਤੇ ਬਹੁਤ ਵੱਡੇ ਖਰਚੇ ਕਰ ਰਹੇ ਨੇ, ਔਰ ਤੁਸੀਂ ਅਲਰਜੀ ਨੂੰ ਸਿੰਪਲਿਸਿਟੀ ਦੇ ਨਾਲ, ਸੇਵਾ ਦੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਬਹੁਤ ਲਾਈਟ ਮੈਡੀਸਨ ਦੇ ਕੇ ਅਲਰਜੀ ਦਾ ਜਿਹੜਾ ਇਲਾਜ ਕਰ ਰਹੇ ਹੋ, ਕੀ ਕਹਿਣਾ ਚਾਹੋਗੇ? ਐਲਰਜੀ ਇੱਕ ਤਾਂ ਸਾਈਕੋਲੋਜੀਕਲ ਵੀ ਹੁੰਦੀ ਆ ਕਿ ਮੈਨੂੰ ਬਹੁਤ ਖਾਰਿਸ਼ ਹੋ ਰਹੀ ਆ, ਮੈਨੂੰ ਕਿਸੇ ਮਤਲਬ ਜਿਵੇਂ ਬੰਦਾ ਇੱਕ ਰੈਡਨੈਸ ਹੋ ਜਾਂਦੀ ਆ ਅਤੇ ਆਪਾਂ ਨੋਰਮਲ ਮੈਡੀਸਿਨ ਦੇ ਕੇ ਸਹੀ ਕਰ ਸਕਦੇ ਹਾਂ। ਬਟ ਲੋਕੀ ਕਈ ਵਾਰ ਅਨਅਵੇਅਰ ਕਰ ਦਿੰਦੇ ਚੀਜ਼ਾਂ ਨੂੰ ਕਿ ਮੇਰੇ ਜਿਹੜੇ ਜੈਨਾਈਟਲ ਏਰੀਆ 'ਤੇ ਮੇਰੇ ਖਾਰਿਸ਼ ਹੋ ਰਹੀ ਆ ਜਾਂ ਫਿਰ ਐਲਰਜੀ ਆ, ਉੱਥੇ ਕੁਛ ਟਰੀਟਮੈਂਟ ਦੀ ਲੋੜ ਨਹੀਂ ਹੈਗੀ। ਲੋਕੀ ਛਿਪਾਉਂਦੇ ਨੇ ਚੀਜ਼ਾਂ ਨੂੰ, ਬਟ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ, ਦੱਸਣੀ ਚਾਹੀਦੀਆਂ ਆਪਣੀਆਂ ਪ੍ਰੋਬਲਮਸ ਤਾਂ ਕਿ ਉਹਦਾ ਸਹੀ ਇਲਾਜ ਹੋ ਸਕੇ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਕਿ ਅੱਜ ਦਾ ਜਿਹੜਾ ਪ੍ਰੈਜ਼ੈਂਟ ਸਿਨੈਰੀਓ ਆ ਜਿਹਦੇ 'ਚ ਜੰਕ ਫੂਡ ਜ਼ਿਆਦਾ ਵੱਧ ਗਿਆ, ਜਿਹਦੇ 'ਚ ਐਕਸਰਸਾਈਜ਼ ਜਿਹੜੀ ਘਟ ਗਈ ਹੈਗੀ ਆ, ਔਰ ਬੱਚੇ ਜਿਹੜੇ ਹੈਗੇ ਆ ਉਹ ਮੋਰਲ ਆਬਸਟੀ ਦੇ ਸ਼ਿਕਾਰ ਹੋ ਰਹੇ ਆ, ਕੀ ਕਹਿਣਾ ਚਾਹੋਗੇ ਅੱਜ ਡਾਕਟਰ?
ਇਹੀ ਆ ਇੱਕ ਤਰੀਕਾ ਕਿ ਮਤਲਬ ਖਾਣ ਨੂੰ ਤੇ ਸਾਰਿਆਂ ਦਾ ਜੀ ਕਰਦਾ, ਕੁਝ ਵੀ ਜੰਕ ਫੂਡ ਖਾ ਲਓ, ਬਾਹਰ ਦਾ ਖਾ ਲਓ, ਘਰ ਦਾ ਤੇ ਕਿਸੇ ਦਾ ਵੀ ਖਾਣ ਨੂੰ ਜੀ ਨਹੀਂ ਕਰਦਾ। ਬਸ ਇਹੀ ਆ ਕਿ ਮਤਲਬ ਕਿਸੇ ਪ੍ਰਪੋਰਸ਼ਨ 'ਚ ਖਾਣਾ ਚਾਹੀਦਾ। ਇਹ ਨਹੀਂ ਕਿ ਤੁਸੀਂ ਆਲ ਦਾ ਟਾਈਮ ਬਾਹਰ ਦਾ ਹੀ ਖਾਣ ਦਾ ਸੋਚੋ, ਕਦੀ ਘਰੇ ਵੀ ਖਾਓ, ਘਰੇ ਬਣਾਉਣਾ ਸਿੱਖੋ ਤੇ ਵਧੀਆ ਖਾਓ ਪੀਓਗੇ ਤੇ ਤਾਂ ਹੀ ਤੁਹਾਡੀ ਸਿਹਤ ਬਣੂਗੀ, ਤਾਂ ਹੀ ਤੁਹਾਨੂੰ ਬਿਮਾਰੀਆਂ ਨਹੀਂ ਲੱਗਣਗੀਆਂ। ਤੇ ਬਾਹਰ ਦਾ ਮਤਲਬ ਅਵੋਇਡ ਕਰੋ ਜ਼ਿਆਦਾ ਤੋਂ ਜ਼ਿਆਦਾ ਹੋ ਸਕੇ, ਤੇ ਘਰੇ ਬਣਾ ਕੇ ਖਾ ਲਓ, ਬਾਹਰ ਦਾ ਨਾ ਖਾਓ। ਇਹੀ ਡਾਕਟਰ ਸਾਹਿਬ, ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਸੀਂ ਇਸ ਫੈਮਿਲੀ 'ਚ ਆ ਕੇ ਨਾਲ ਦੀ ਨਾਲ ਹੀ ਚੇਅਰ ਜਿਹੜੀ ਸੰਭਾਲ ਲਈ ਔਰ ਮਿਹਨਤ ਕਰਨ ਲੱਗੇ। ਔਰ ਪਾਪਾ ਨੂੰ ਇੱਦਾਂ ਲੱਗਦਾ ਕਿ ਮੇਰੇ ਜਿਹੜੀ ਬੇਟੀ ਮੈਂ ਆਪਣੇ ਘਰੋਂ ਤੋਰੀ ਹੈ ਡਾਕਟਰ, ਉਹੀ ਬੇਟੀ ਮੇਰੇ ਘਰੇ ਆ ਗਈ ਹੈ। ਉਹ ਵੀ ਬੜੇ ਖੁਸ਼ ਨੇ। ਔਰ ਤੁਹਾਡੀ ਸਾਰੀ ਫੈਮਿਲੀ ਨੂੰ ਤੁਹਾਨੂੰ ਪਹਿਲਾਂ ਵਧਾਈਆਂ ਕਿ ਤੁਸੀਂ ਇਸ ਫੈਮਿਲੀ ਨਾਲ ਜੁੜੇ ਹੋ ਔਰ ਇਹ ਫੈਮਿਲੀ ਇੱਦਾਂ ਹੀ ਲੋਕਾਂ ਦੀ ਸੇਵਾ ਕਰਦੀ ਰਹੇ। ਜਦੋਂ ਅਸੀਂ ਤੁਹਾਡੀ ਕੋਈ ਵੀ ਟਾਕ ਪਾਉਂਦੇ ਹਾਂ, ਰਿਵਿਊਜ਼ ਆਉਂਦੇ ਨੇ ਵੀ ਨਹੀਂ ਬਹੁਤ ਵਧੀਆ ਡਾਕਟਰ ਹੈ ਜੀ, ਬੜੇ ਵਧੀਆ ਇਹਨਾਂ ਦੀ ਸੇਵਾ ਕਰਦੇ ਆ। ਤੁਹਾਡਾ ਸਾਨੂੰ ਸਮਾਂ ਦੇਣ ਲਈ ਧੰਨਵਾਦ। ਥੈਂਕ ਯੂ ਸੋ ਮਚ। ਥੈਂਕ ਯੂ।